प्रेम सहित आखो वाहिगुरु जी का खालसा वाहिगुरु जी की फतेह। गुरु रूप गुरु दी साजी नमाजी होई गुरसंगत प्रेम दे विच तुसी ईश्वर दे नाल जुड़े हुए हो। थोड़ा प्रेम रूपी ज्ञान अति उच्चे कर्मां वाली रूहां उच्चे कर्मां वाले ज्ञानवान रब दे प्रेमी बैठे हो। नहीं तो विश्व विच बहुत संसार है। सारा संसार कई इत्थों दी नंगी जा रहे ने अति सतसंग विच बहना उच्चे कर्मां तो बिना जीव तो शरीर बिठाया नहीं जाता। शरीर है पिंड जियो पिंड जिन साजिया जिन्हें शरीर नूं भी साजिया वो है भगवान। जिथे काल पुरख के सेवक ने ब्रह्मा ने शरीर दिता, विष्णु ने पालन पोषण किया, आत्मा दिती, शिवजी लय करन कर दी है। ये काल पुरख की रची हुई है। लेकिन दुनिया दे मालिक है, इनू कोई भी झुठला नहीं सकता। हाँ, जिहड़ी कट्टरता है, जिहड़ी विख है, जहर है, कौमां दी मजहबां दी वो विख है। लेकिन जिहड़ी वाहिगुरु दी रचना है उहदे विच शूद्र वैस खत्री ब्राह्मण सारे एक है। कोई भी जाति उच्ची नीवी नहीं, कोई भी धर्म उच्चा नीवा नहीं। सब प्रेम ज्ञान वंडदे ने धर्म। लेकिन जिहड़ी तुछ मत है ये कलेश पुआ के रखती है। कलेशां तो छुट्टण लई, विषे विकारां तो टुटण लई असीं सत दा संग करदे हां। उहदा अर्थ है सत संग। संग मैंने जिवें तुसीं इस वक्त प्यारी गुरसंगत विराजमान बैठे हो, ये है संग। सत श्री गुरु ग्रंथ साहिब आद सत जुगाद सच है पी सच नानक होसी पी सच। ये है सच। श्री गुरु ग्रंथ साहिब दे प्यारियो, जियो पिंड जिन साजिया, जिन्हें शरीर नूं दिता। कदे बैठ विचार कर भी ये शरीर दिता क्यों सी तैनूं। 84 लाख जूनी तो बाद तैनूं ये शरीर दिता। ये शरीर बेकदरी विषे विकारां दी भूख ऐसी तू भूमंडल विच अपने मन नूं विस्तार विच लिया के दुनियादारी विच उलझा के तू शरीर नूं नाशवान शरीर ना मोह कर बैठा। गुरसंगत जी जिन्हें सत्संग करदी है वो क्यों बाबरे हो जाती नहीं भगवान दी। उन्होंने पता है भी ना धी ने काल पुरख की कचहरी च खड़ना, ना पुत ने उत्थे गुरु नानक गुरु ने खड़ना, ते शरीर ने भी नाल नहीं जाना।
ਇਸੇ ਕਰਕੇ ਵੱਧ ਤੋਂ ਵੱਧ ਇਸ ਸਰੀਰ ਤੋਂ ਜਿਹੜੇ ਸੂਝਵਾਨ ਹੈ ਉਹ ਸੇਵਾ ਲੈਂਦੇ ਹੈ, ਜਾਣੀ ਸੇਵਾ ਕਰਦੇ ਗੁਰੂ ਘਰ ਦੀ। ਜਿਹੜੇ ਉੱਚੀ ਮੱਤ ਦੇ ਮੰਜ਼ਲ ਦੇ ਗਿਆਨਵਾਨ ਹੈ ਉਹ ਹਿਰਦੇ ਵਿੱਚੋਂ ਮੱਤ ਲੈ ਕੇ ਗੁਰੂ ਦੀ ਉਸਤਤ, ਗੁਰੂ ਦੀ ਸੇਵਾ ਯਸ਼ ਖੱਟ ਕੇ ਸੰਸਾਰ ਤੋਂ ਜਾਂਦੀ ਹੈ। ਜਿਹੜੇ ਪੁਰਸ਼ ਸਤਸੰਗ ਨਾਲ ਪਿਆਰ ਕਰਦੀ ਨੇ ਉਹਨਾਂ ਦੀ ਹਿਰਦੇ ਦੀ ਭਾਵਨਾ ਸਤ ਰੂਪ ਹੋ ਜਾਂਦੀ ਹੈ। ਜਿਵੇਂ ਬੈਕੁੰਠ ਵਿੱਚ ਆਤਮਾ ਸੱਚ ਗਾਇਨ ਕਰਦੀ ਹੈ ਅਤੇ ਉਸਤਤ ਕਰਦੇ ਆ ਦੀਪਕ, ਰਾਗ, ਗੰਧਰਵ, ਰਿਸ਼ੀ ਮੁਨੀ, ਇਹ ਉਸਤਤ ਕਰਦੇ ਆ ਵਾਹਿਗੁਰੂ ਦੀ। ਇਵੇਂ ਸਿੱਖ ਉਸਤਤ ਕਰਦਾ ਹੈ, ਉਸਤਤ ਗ੍ਰਹਿਣ ਕਰਦਾ ਹੈ। ਗੁਰਮੁਖ ਜਨੋ, ਮੈਨੂੰ 1 ਘੰਟਾ 10 ਮਿੰਟ ਮਿਲੇ ਅੱਜ। ਹੁਣ ਠੀਕ 9:30 ਹੋਈ ਹੈ। 1 ਘੰਟੇ ਵਿੱਚ ਸਮਾਪਤੀ ਕਰਨ ਦਾ ਬਲ ਬਖਸ਼ਿਓ। ਗੁਰਸੰਗਤ ਦੇ ਨੂਰੀ ਚਰਨਾਂ ਵਿੱਚ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਸਹਿਤ ਜੀਵ ਜਗਿਆਸੂ ਅਜਰ ਅਮਰ ਹੋ ਜਾਂਦਾ ਹੈ। ਗੁਰੂ ਦੇ ਦਰਸ਼ਨ ਐਡੀ ਵੱਡੀ ਹਸਤੀ ਹੈ। ਗੁਰੂ ਸਾਹਿਬ ਨੇ ਦੱਸਿਆ ਹੈ ਵੀ ਤੁਸੀਂ ਸੱਚੇ ਹਿਰਦੇ ਚੋਂ 3 ਪ੍ਰਕਾਰ ਦੇ ਦਰਸ਼ਨ ਹੈ। ਸੋਝੀ ਮੁਤਾਬਕ ਬੇਨਤੀ ਕਰਾਂ, ਇੱਕ ਦਰਸ਼ਨ ਤੁਸੀਂ ਹੁਣ ਇਸ ਵਕਤ ਕਰ ਰਹੇ ਹੋ, ਇਹ ਆ ਨੈਣਾ ਵਿੱਚੋਂ। ਇੱਕ ਦਰਸ਼ਨ 10ਵੇਂ ਦੁਆਰੋਂ ਹੁੰਦੀ ਹੈ, ਉਹ ਸਿਮਰਨ ਕਰਨਾ ਤੇ ਸੁਰਤ ਨਾ ਹੁੰਦੀ ਹੈ, ਸੁਰਤੀ ਸਵਾਰ। ਤੇ ਤੀਜੇ ਦਰਸ਼ਨ ਰੋਮ ਰੋਮ ਵਿੱਚ ਸਵਾਸ ਗਰਾਸ ਹੁੰਦੀ ਹੈ। ਜਦੋਂ ਭਗਤੀ ਇੱਥੋਂ ਤੱਕ ਉੱਪੜ ਜੇ, ਰਜੋ ਤਮੋ ਸਤੋ ਤੋਂ ਉੱਚਾ ਚਲੇ ਜਾਏ, ਫਿਰ ਇਹਦੀ ਰੋਮ ਰੋਮ ਵਸਤਾ ਸਿਮਰਨ ਕਰਦੀ ਹੈ। ਇਹ ਹੈ ਤੀਜੇ ਦਰਸ਼ਨ। ਸੋ ਮੈਂ ਬੇਨਤੀ ਕਰਾਂ, ਕਾਲ ਪੁਰਖ ਦਾ ਹੁਕਮ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਵਚਨ, ਗੁਰਸੰਗਤ ਜੀ ਕਾਲ ਪੁਰਖ ਦਾ ਪ੍ਰਵਚਨ ਹੈ। ਤੁਸੀਂ ਇਹਨਾਂ ਦੇ ਪ੍ਰਵਚਨ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਦੀ ਭਾਵਨਾ ਬਣਾਓ ਤੇ ਜੋ ਹੁਕਮ ਦੇਣਗੇ ਉਹ ਹੁਕਮ ਤੇ ਚੱਲੋ। ਕਿਸੇ ਮਜ਼ਹਬ ਵਿੱਚ ਹੋਵੋ, ਕਿਸੇ ਜਾਤ ਵਿੱਚ ਹੋਵੋ, ਲੇਕਿਨ ਗੁਰਸੰਗਤ ਜੀ ਆਪਣੇ ਜਿਸਤਕਾਂ ਦੀ ਭਾਵਨਾ ਤੁਸੀਂ ਲੈ ਕੇ ਅਕਾਲ ਪੁਰਖ ਨੂੰ ਚੇਤੀ ਕਰੋਗੇ, ਉਸੇ ਤਰ੍ਹਾਂ ਤੁਹਾਨੂੰ ਈਸ਼ਵਰ, ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ, ਚਾਹੇ ਕੋਈ ਵੀ ਧਰਮ, ਕੋਈ ਵੀ ਜਾਤ, ਇਹ ਸਭ ਦੇ ਸਾਂਝੇ ਸਰਬ ਰੂਪ ਸਰਬ ਗਿਆਨ ਦੇ ਸੌਮੇ ਆ ਸਤਿਗੁਰੂ। ਆਓ ਆਪਾਂ ਇੱਕ ਮਨ ਚਿੱਤ ਹੋ ਕੇ ਸਵਾਮੀ ਜੀ ਮਹਾਰਾਜ ਦੇ ਪ੍ਰਵਚਨ ਸੁਣਨੇ ਹੈ। ਅਕਾਲ ਪੁਰਖ ਦਾ ਹੁਕਮ, ਸ਼੍ਰੀ ਗੁਰੂ 5ਵੇਂ ਪਾਤਸ਼ਾਹ, 2 ਜਹਾਨ ਦੀ ਬਾਲੀ,
ਸ਼ਹੀਦਾਂ ਦੇ ਸਰਤਾਜ ਅਤੇ ਗੁਰਮੁਖ ਜਨੋਂ, ਰੱਬ ਦੇ ਭਾਣੇ ਦੇ ਮਸੀਹੀ ਹੁਕਮ ਵਿੱਚ ਬੰਨੇ ਹੋਏ ਸਬਰਾਂ ਦੇ ਸਮੁੰਦਰ, ਐਸੇ ਭਾਵੀ ਨੂੰ ਬਦਲਣਹਾਰ ਤੇ ਧਰਤੀ ਪਲਟਾ ਦਿੰਦੀ ਜੇ ਚਾਹੁੰਦੀ, ਪਰ ਸਬਰ ਸ਼ੁਕਰ ਦਾ ਬਾਣਾ ਮੰਨ ਕੇ ਸ਼ਹੀਦੀ ਪਾਈ। ਇਹ ਹੈ ਆਪਣੇ ਲਈ ਕਰਮ ਦੱਸਿਆ ਵੀ ਜੀਵ ਤੂੰ ਐਸਾ ਕਰਮ ਕਰ, ਜਿਸ ਮਰਨੇ ਤੋਂ ਜਗ ਡਰੇ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। हे ਗੁਰਮੁਖ ਜਨੋਂ, ਈਸ਼ਵਰ ਦੇ ਚਰਨਾਂ ਨਾਲ ਜੁੜ ਕੇ ਮਰਨੇ ਦਾ ਭੈ ਨਹੀਂ ਰਹਿੰਦਾ। ਮਰਦਾ ਕੌਣ ਹੈ? ਜਿਹਦੇ ਅੰਦਰ ਦਲਗੀਰੀ ਹੈ, ਜਿਹਦੇ ਅੰਦਰ ਡਰ ਹੈ। ਜਿਉਂਦਾ ਕੌਣ ਹੈ? ਜਿਹਦੇ ਅੰਦਰ ਡਰ ਨਹੀਂ, ਭੈ ਨਹੀਂ ਕਿਸੇ ਵਸਤੂ ਦਾ। ਉਹ ਜੀਵ ਆਪਣੀ ਜ਼ਿੰਦਗੀ ਜੀ ਕੇ ਜਾਂਦੇ ਨੇ। ਆਓ ਆਪਾਂ ਇੱਕ ਸਮੇਂ ਗੁਰੂ ਪੰਜਵੇਂ ਪਾਤਸ਼ਾਹ ਆਪਣੇ ਨਿੱਜ ਭਗਤ, ਨਿੱਜ ਮਾਤਾ ਭੈਣਾਂ ਵੀਰ ਬੈਠੀ, ਭਾਈ ਗੁਰਦਾਸ ਵੀ ਬੈਠੀ, ਦੀਵਾਨ ਲੱਗ ਕੇ ਹਟਿਆ ਸੀ। ਸ਼੍ਰੀ ਗੁਰੂ ਪੰਚਮ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਪੁੱਛਦੀ ਹੈ ਵੀ ਵੀਰ ਮਾਤਾ ਭੈਣੋਂ, ਵੀ ਜੀਵ ਨੂੰ ਕਿਹੋ ਜਿਹਾ ਕਰਮ ਕਰਨਾ ਚਾਹੀਦਾ ਹੈ, ਵੀ ਕਿਹੋ ਜਿਹੀ ਸ਼ੁੱਧੀ ਹੋਣੀ ਚਾਹੀਦੀ ਹੈ। ਜੇ ਆਪਾਂ ਨਾਮ ਜਪਾਂਗੇ ਤੇ ਸ਼ੋਭਾ ਪਾਵਾਂਗੇ, ਜੇ ਵਸਤਰ ਧੋਤੇ ਹੋਣਗੇ ਤਾਂ ਤੁਸੀਂ ਲੋਕਾਂ 'ਚ ਚੰਗੇ ਵਿਚਰੋਗੇ। ਜੇ ਤੁਸੀਂ ਉਦੋਂ ਵੀ ਤੁਸੀਂ ਵਧੀਆ ਚਾਹੁੰਦੇ ਹੋ, ਜਿਹੜੀ ਸੇਵਾ ਕਰੀ ਹੋਊਗੀ, ਵਸਤਰਾਂ ਤੇ ਧੂੜ ਪਈ ਹੋਊਗੀ, ਸੇਵਾ ਦਾ ਰੰਗ ਚੜਿਆ ਹੋ, ਉਹ ਇਉਂ ਜਾਪਦਾ ਮਾਤਾ ਭੈਣੋ ਜਿਵੇਂ ਸੂਟ ਤੇ ਕਢਾਈ, ਕਹਿੰਦੇ ਸੇਵਾਦਾਰ ਦੇ ਚਿੱਟੇ ਕੱਪੜੇ ਤੇ ਕਾਲਖ ਐ ਚਮਕਦੀ ਹੈ। ਪਿਆਰਿਓ, ਏਡੀ ਗੱਲ ਮੈਂ ਨਹੀਂ, ਇਹ ਭਗਤ ਮਾਲਾ 'ਚ ਮੈਂ ਪੜ੍ਹੀ ਕਰਕੇ ਤੁਹਾਨੂੰ ਦੱਸੀ, ਪੰਜਵੇਂ ਪਾਤਸ਼ਾਹ ਨੇ ਦੱਸੀ ਵੀ ਸਿੱਖ ਦੇ ਕੱਪੜੇ ਸੇਵਾ ਕਰਦੇ ਦੇ ਕਾਲੇ ਹੋ ਜਾਣ ਨਾ, ਜਿਵੇਂ ਬੀਬੀ ਨੂੰ ਕਢਾਈ ਵਾਲਾ ਸੂਟ ਚੰਗਾ ਲੱਗਦਾ ਨਾ, ਐਂ ਕਹਿੰਦੇ ਸੇਵਕ ਦੇ ਗੁਰੂ ਨੂੰ ਐ ਚੰਗਾ ਲੱਗਦਾ ਉਹ ਪੁੱਤ ਵੀ ਜਿਵੇਂ ਕਢਾਈ ਵਾਲਾ ਸੂਟ ਪਾਇਆ। ਗੁਰਮੁਖ ਜਨੋਂ, ਐਡੀ ਮਹਾਨਤਾ ਹੈ, ਪਵਿੱਤਰਤਾ। ਤੇ ਜਿਹੜੇ ਦੁਸ਼ਟ ਕਰਮ ਹੈ, ਮਾਸ, ਮਦਰਾ, ਨਸ਼ੇ, ਵਿਸੇ ਵਿਕਾਰ, ਦੁਨਿਆਵੀ ਕਰਮ ਕਰਨੇ, ਇਹ ਦੁਸ਼ਟ ਕੰਮ ਹੈ, ਇਹ ਪਾਪੀ ਵੀ ਕਰ ਲੈਂਦੇ ਨੇ। ਆਓ ਆਪਾਂ ਬਹੁਤ ਸਬਰ ਸੰਤੋਖ ਨਾਲ ਬੈਠੀਆਂ, ਮਹਾਰਾਜ ਨਾਲ ਜੁੜੀਏ, ਪਵਿੱਤਰ ਕਰੀਏ ਆਤਮਾ। ਨਿਰੰਕਾਰ ਅਕਾਲ ਪੁਰਖ ਸਾਹਮਣੇ ਪ੍ਰਮਾਤਮਾ, ਚਰਨਾਂ ਵਿੱਚ ਬੇਨਤੀ ਹੈ, ਰੱਬ ਦੇ ਅੱਗੇ, ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਉਪਦੇਸ਼ ਨਿਰੰਕਾਰ ਅਕਾਲ ਪੁਰਖ ਬਖਸ਼ੋ, ਤਾਂ ਕਿ ਸੰਗਤਾਂ ਦੇ ਹਿਰਦੇ ਸ਼ਾਂਤੀ ਪਾਉਣ, ਬ੍ਰਹਮ ਪਾਉਣ ਅਤੇ ਜੀਵਨ ਮਰਨ ਜੰਮਣ ਦੇ ਪੰਧ ਮੁੱਕ ਜਾਣ, ਸੁਖੀ ਹੋਣ। ਜੋ ਮਨੋਕਾਮਨਾ ਲੈ ਕੇ ਆਏ ਨੇ ਸੋ ਸੰਪੂਰਨ ਹੋਏ। ਸੁਣੋ ਉਪਦੇਸ਼ ਮਹਾਰਾਜ
ਬਖਸ਼ ਰਹੇ। ਪੰਜਵੇਂ ਪਾਤਸ਼ਾਹ ਅਲਾਹੀ ਬਚਨ ਦੇ ਰਹੇ, ਬਖਸ਼ਿਸ਼ ਰਾਹੀ ਹਨ